जी, मैं 2-3 ਐਕਸਪੀਰੀਅੰਸ ਜੋ ਸੰਗਤ ਦੇ ਹੋਏ, ਉਹਨਾਂ ਨੂੰ ਸੁਣ ਕੇ ਮੈਂ ਅੱਗੇ ਆਈ ਹਾਂ। ਠੀਕ ਆ ਸ਼ਾਇਦ ਵਾਹਿਗੁਰੂ। ਮੈਂ ਨਾ ਆਂਦੀ, ਇੱਕ ਤਾਂ ਗੁਰਨੂਰ ਭਾਈ ਸਾਹਿਬ ਜੀ ਦੀ ਵੀਡੀਓ ਸ਼ੇਅਰ ਹੋਈ ਸੀ ਕਿ ਇੱਕ ਬੀਬੀ ਆਸਟ੍ਰੇਲੀਆ ਤੋਂ ਨੇ, ਇੱਕ ਕੱਲ ਜੋ ਸੱਚਖੰਡ ਤੋਂ ਭਾਈ ਸਾਹਿਬ ਜੀ 3 ਵਾਰ ਜਿਨ੍ਹਾਂ ਨੇ ਸੱਚਖੰਡ ਦੇ ਵਿੱਚ ਹਾਜ਼ਰੀ ਭਰ ਹੋਈ ਹੈ। ਮੈਂ ਉਹਨਾਂ ਦੀ ਵੀਡੀਓਜ਼ ਤੇ ਜੋ ਐਕਸਪੀਰੀਅੰਸ ਹੋਏ, ਉਹ ਐਕਸਪੀਰੀਅੰਸ ਮੇਰੇ ਨਾਲ ਵੀ ਹੋ ਰਹੇ ਹੈ, ਤਾਂ ਮੈਂ ਆਪਣੇ ਐਕਸਪੀਰੀਅੰਸ ਤੁਹਾਡੀ ਸੰਗਤ ਨਾਲ ਸਭ ਨਾਲ ਸ਼ੇਅਰ ਕਰਨਾ ਚਾਹੂੰਗੀ। ਮੈਨੂੰ ਠੀਕ ਆ ਕੁਝ ਵਾਹਿਗੁਰੂ। ਸਮਝ ਨਹੀਂ ਸੀ ਲੱਗ ਰਹੀ ਕਿ ਮੇਰੇ ਨਾਲ ਹੋ ਕੀ ਰਿਹਾ ਸੀਗਾ, ਪਰ ਹੌਲੀ ਹੌਲੀ ਜਦੋਂ ਮੈਂ ਤੁਹਾਡੇ ਨਾਲ ਜੁੜਦੀ ਜਾ ਰਹੀ ਹਾਂ ਤਾਂ ਮੇਰੀ ਉਹ ਚੀਜ਼ਾਂ ਮੈਨੂੰ ਕਲੈਰਿਟੀ ਆਉਂਦੀ ਜਾ ਰਹੀ ਹੈ। ਮੈਂ ਨੂੰ ਟਾਈਮ ਚਾਹੀਦਾ ਹੋਏਗਾ, ਮੇਰੇ ਐਕਸਪੀਰੀਅੰਸ ਬਹੁਤ ਹੋ ਰਹੇ, ਮੈਂ ਸਾਰੇ ਇੱਕ A to Z ਐਕਸਪੀਰੀਅੰਸ ਸੰਗਤ ਨਾਲ ਸ਼ੇਅਰ ਕਰਨਾ ਚਾਹ ਰਹੀ ਹਾਂ, ਪਰ ਟਾਈਮ ਉਹਨੂੰ ਲੱਗੇਗਾ, ਸ਼ਾਇਦ 1 ਵੀਕ ਲੱਗ ਜਾਏ। ਕਿ ਠੀਕ। ਜੀ ਪਹਿਲਾਂ ਇੱਕ ਐਕਸਪੀਰੀਅੰਸ ਦੱਸਣਾ ਚਾਹੂੰਗੀ ਕਿ ਮੈਂ ਪਹਿਲਾਂ ਪਤਿਤ ਸੀ, 38 ਸਾਲ ਮੈਂ ਪਤਿਤ ਦੀ ਜ਼ਿੰਦਗੀ ਬਤੀਤ ਕੀਤੀ, ਬੜੀ ਹਾਈ ਲਗਜ਼ਰੀ ਲਾਈਫ ਜੀ। ਤੇ ਆਫਟਰ ਮੈਰਿਜ ਕੁਛ ਜਿੱਦਾਂ ਡਿਫਰੈਂਸ ਆਣੇ ਸ਼ੁਰੂ ਹੋਏ, ਕੁਛ ਮਤਲਬ ਲਾਈਫ ਜੀਣੀ ਥੋੜੀ ਔਖੀ ਜਿਹੀ ਹੋ ਗਈ, ਸਮਝ ਨਹੀਂ ਆ ਰਹੀ ਬੈਲੈਂਸ ਕਿੱਦਾਂ ਕਰਨਾ। ਕਿਉਂਕਿ ਪਹਿਲਾਂ ਤਾਂ ਮੈਂ ਬਿਲਕੁਲ ਪਤਿਤ ਵਾਲੀ ਲਾਈਫ ਜੀ ਹੋਈ ਸੀ, ਖਾਣਾ ਪੀਣਾ ਘੁੰਮਣਾ, ਆਪਣਾ ਕੰਮ ਤੋਂ ਘਰ, ਘਰ ਤੋਂ ਕੰਮ, ਏਦਾਂ ਰਹਿੰਦਾ ਸੀਗਾ। ਤੇ ਕਦੀ ਮੈਂ ਨਾਮ ਨਹੀਂ ਸੀ ਜਪਿਆ ਗੁਰੂ ਸਾਹਿਬ ਜੀ ਨੂੰ ਲੈ ਕੇ। ਹਾਂ, ਮੇਰੀ ਨਾਮ ਜਪਣ ਦੀ ਤਰੀਕਾ ਕੀ ਹੁੰਦਾ ਸੀ, ਗੁਰਨੂਰ ਭਾਈ ਸਾਹਿਬ ਜੀ ਵਾਂਗੂ ਬਿਲਕੁਲ ਕਿ ਕਹਿ ਲਓ ਕਿ ਵਾਹਿਗੁਰੂ ਜੀ ਹੈਲੋ, ਵਾਹਿਗੁਰੂ ਜੀ ਬਾਏ, ਓਕੇ ਟਾਟਾ। ਉਸ ਤੋਂ ਬਾਅਦ ਜੇ ਮੈਂ ਕਿਤੇ ਜਪਜੀ ਸਾਹਿਬ ਵੀ ਪਾਠ ਕਰਨ ਬੈਠਣਾ, ਮੇਰੇ ਲਈ 10 ਮਿੰਟ ਦੀਆਂ ਪੰਗਤੀਆਂ ਪੜ੍ਹਨੀਆਂ ਗੁਟਕਾ ਸਾਹਿਬ ਖੋਲ ਕੇ ਵੀ ਬਹੁਤ ਭਾਰੀ ਹੁੰਦੀਆਂ ਸੀ, ਤਾਂ ਮੈਂ ਚਾਹ ਕੇ ਵੀ ਉਹ ਟਾਈਮ ਨਹੀਂ ਸੀ ਦੇ ਪਾਉਂਦੀ। ਮੇਰੀ ਇੱਕ ਰੀਝ ਸੀ, ਮੈਨੂੰ ਸੁਖਮਨੀ ਸਾਹਿਬ ਦਾ ਪਾਠ ਕਰਨਾ, ਮੈਂ ਉਹ ਟਾਈਮ ਨਹੀਂ ਸੀ ਦੇ ਪਾਉਂਦੀ। ਕਿੰਨੇ ਸਾਲ ਮੈਂ ਸੋਚ ਚ ਗੁਜ਼ਾਰ ਦਿੱਤੇ, ਪਰ ਗੁਟਕਾ ਸਾਹਿਬ ਖੋਲ ਕੇ ਪਾਠ ਨਹੀਂ ਸੀ ਕਰ ਪਾਉਂਦੀ। ਪਰ ਇਹੋ ਜਿਹੀ ਕਿਰਪਾ ਹੋਈ ਆਫਟਰ ਮੈਰਿਜ, ਮੈਂ ਸਹਿਜ ਪਾਠ 7 ਵਾਰੀ ਬਿਨਾਂ ਕਿਸੇ ਤੋਂ ਪੁੱਛੇ ਗੁਰੂ ਸਾਹਿਬ ਜੀ ਨੇ ਮੇਰੇ ਤੋਂ ਉਹ ਸੇਵਾ ਲਈ। ਜਦੋਂ ਉਹ ਸੇਵਾ ਕਰ ਰਹੀ ਸੀ, ਪੜ੍ਹ ਰਹੀ ਸੀ, ਸਮਝ ਰਹੀ ਸੀ ਗੁਰਬਾਣੀ ਨੂੰ, ਪਰ ਮੇਰੀ ਇੱਕ ਆਦਤ ਇਹ ਰਹੀ, ਮੈਂ ਗੁਰਬਾਣੀ ਤਦ ਤੱਕ ਮੈਨੂੰ ਸਮਝ ਪੱਲੇ ਨਹੀਂ ਪੈਂਦੀ ਸੀ ਜਦ ਤੱਕ ਮੈਂ ਉਹਨਾਂ ਦੇ ਅਰਥ ਨਹੀਂ ਸੀ ਸਮਝਦੀ। ਹੌਲੀ ਹੌਲੀ ਸਮਝਦੀ ਗਈ, ਇੰਨਾ ਚੇਂਜ ਆਇਆ ਕਿ ਜੋ ਮੈਂ ਵਾਲ ਵੀ ਪਤਿਤ ਕਰ ਰਹੀ ਸੀ, ਸਭ ਕੁਝ ਮੈਂ ਉਹ ਚੀਜ਼ਾਂ ਛੱਡਣੀਆਂ ਸ਼ੁਰੂ ਹੋ ਗਈ। ਮੈਂ ਜਿੱਥੇ ਆਪਣਾ ਪਾਰਲਰ ਜਾਣਾ, ਕੁਝ ਕਰਨਾ, ਸਭ ਕੁਝ ਛੱਡਣਾ ਸ਼ੁਰੂ ਹੋ ਗਿਆ, ਬਿਲਕੁਲ ਸਿੰਪਲੀਸਿਟੀ ਦੇ ਵਿੱਚ ਆ ਗਈ। ਉਸ ਤੋਂ ਬਾਅਦ ਜਦੋਂ ਲੋਕਡਾਊਨ ਹੋਇਆ, ਪ੍ਰੋਬਲਮਸ ਬਹੁਤ ਆਈਆਂ, ਕੁਛ ਵਜ੍ਹਾ ਕਰਕੇ ਘਰ ਇਕੱਲੇ ਵੀ ਰਹਿਣਾ ਪਿਆ, ਬਿਲਕੁਲ ਹੀ ਇਕੱਲੀ ਹੋ ਗਈ, ਤੇ ਮੇਰੇ ਲਈ ਟਾਈਮ ਪਾਸ ਕਰਨਾ ਬਹੁਤ ਮੁਸ਼ਕਿਲ ਹੁੰਦਾ ਸੀ। ਤਾਂ ਮੈਂ ਆਪਣਾ ਖਾਣਾ ਪੀਣਾ, ਕਦੀ ਇੱਧਰ ਜਾ ਉੱਧਰ ਜਾ, ਮੈਂ ਮੈਡੀਟੇਸ਼ਨ ਕਰਨ ਲੱਗ ਪਈ। ਮੈਡੀਟੇਸ਼ਨ ਕਰਦੇ ਕਰਦੇ ਮੈਂ ਭਾਈ ਸਾਹਿਬ ਜੀ, ਮੈਨੂੰ ਨਹੀਂ ਸੀ ਸਮਝ ਲੱਗਿਆ ਕਿ ਜਿਹੜੇ ਰੰਗ ਮੈਂ ਕੈਨਵਸ ਤੇ ਉਤਾਰਦੀ ਸੀ, ਪੇਂਟਿੰਗਸ ਬਣਾਉਂਦੀ ਸੀ, ਉਹ ਦ੍ਰਿਸ਼ ਮੈਡੀਟੇਸ਼ਨ ਚ ਮੈਨੂੰ ਦਿਖਣ ਲੱਗ ਪਏ। ਜੋ ਰੰਗ ਮੈਨੂੰ, ਜੋ ਸੀਨ, ਜੋ ਹਿਲੀ ਏਰੀਏ, ਜੋ ਅਲੱਗ-ਅਲੱਗ ਬ੍ਰਹਿਮੰਡ ਮੈਨੂੰ ਦਿਖਦੇ ਸੀਗੇ, ਮੈਨੂੰ ਨਹੀਂ ਸੀ ਸਮਝ ਲੱਗ ਰਿਹਾ ਮੇਰੇ ਨਾਲ ਕੀ ਹੋ ਰਿਹਾ ਹੈਗਾ। ਪਰ ਮੇਰੀ ਇੱਕ ਆਦਤ ਸੀ, ਜਦੋਂ ਮੈਂ ਕੰਮ ਤੇ ਜਾਣਾ, ਹੌਲੀ ਹੌਲੀ ਆਫਟਰ ਮੈਰਿਜ ਮੈਨੂੰ ਗੁਰਬਾਣੀ ਉੱਚੀ ਉੱਚੀ ਉਚਾਰਨ ਦੀ ਆਦਤ ਪੈ ਗਈ ਸੀ ਕਿ ਕੋਈ ਤੁਕ ਅੱਛੀ ਲੱਗਦੀ ਸੀ ਤਾਂ ਮੈਂ ਉੱਚੀ ਉੱਚੀ ਉਚਾਰਦੀ ਸੀ। ਬੱਸ ਚ ਵਾਪਿਸ ਆਉਣਾ, ਜਿੱਥੇ ਕਿਤੇ ਫ੍ਰੀ ਹੋਣਾ, ਕਲਾਸ ਤੋਂ ਵਿਹਲੀ ਹੋਣਾ, ਜਾਂ ਕੁਝ ਮੈਨੂੰ ਥੋੜਾ ਸਲੋਟ ਵੀ ਲੱਗਣਾ ਤਾਂ ਮੈਂ ਮੂਲ ਮੰਤਰ ਕਰਨਾ ਜਾਂ ਵਾਹਿਗੁਰੂ ਜੀ ਦਾ ਜਾਪ ਕਰਨਾ, ਜਾਂ ਕੋਈ ਤੁਕ ਜਾਂ ਸ਼ਬਦ ਅੱਛਾ ਲੱਗਣਾ, ਜੇ ਮੈਂ ਬੋਲ ਨਹੀਂ ਸੀ ਪਾਉਂਦੀ ਤਾਂ ਮੈਂ ਸੁਣਨਾ ਸ਼ੁਰੂ ਕਰ ਲੈਂਦੀ ਸੀਗੀ। ਉਹ ਕਰਦੇ ਕਰਦੇ ਜਦੋਂ ਲੋਕਡਾਊਨ ਹੋਇਆ, ਮੈਂ ਮੈਡੀਟੇਸ਼ਨ 'ਚ ਬੈਠੀ, ਕਦੀ ਫੂਡ ਅੱਛਾ ਖਾਣਾ ਹੈ, ਆਪਣੀ ਐਕਸਰਸਾਈਜ਼ ਕਰਨੀ, ਜਾਂ ਧਿਆਨ ਲਗਾ ਕੇ ਵਾਹਿਗੁਰੂ ਜੀ ਦਾ ਜਾਪ ਕਰਨਾ, ਅਰਲੀ ਮਾਰਨਿੰਗ ਜਦੋਂ ਬੈਠਣਾ ਸੂਰਜ ਮੋਰੇ ਵੀ ਆਪਣੇ ਆਪ ਨੂੰ ਸ਼ਾਂਤ ਕਰਨਾ ਕਿ ਇਕੱਲਾਪਨ ਨਾ ਹੋਵੇ, ਤਾਂ ਉਹ ਐਕਸਪੀਰੀਅੰਸ ਬ੍ਰਹਮੰਡਾਂ ਦੇ ਮੈਨੂੰ ਹੋਣੇ ਸ਼ੁਰੂ ਹੋ ਗਏ। ਤੇ ਮੈਨੂੰ ਸਮਝ ਨਾ ਲੱਗੇ ਸੱਚੀ ਏਦਾਂ ਦਿਖਦਾ ਹੁੰਦਾ ਹੈ, ਸੱਚਮੁੱਚ ਦਿਖ ਰਿਹਾ ਹੈਗਾ, ਪਰ ਮੈਂ ਹੈਰਾਨ। ਫਿਰ ਮੈਂ ਰੋਜ਼ ਮੈਨੂੰ ਆਦਤ ਪੈ ਗਈ, ਮੈਂ ਉਹ ਰੋਜ਼ ਉਹ ਸੀਨ ਦੇਖਣ ਲੱਗ ਪਈ, ਰੋਜ਼ ਮੈਨੂੰ ਉਹ ਐਕਸਪੀਰੀਅੰਸ ਹੋਣ ਲੱਗ ਪਏ। ਮੈਨੂੰ ਇਵੇਂ ਲੱਗਦਾ ਸੀ ਕਿ ਵੀ ਮੈਂ ਉਸ ਜਗ੍ਹਾ ਤੇ ਬਾਹਰ ਨਿਕਲ ਕੇ ਕਿਸੇ ਉੱਚੀ
ਪਹਾੜੀ ਤੇ ਖੜੀ ਹੋ ਕੇ ਮੈਂ ਉਹ ਸਾਰੇ ਸੀਨ ਦੇਖ ਰਹੀ, ਜਿੱਧਰ ਨੂੰ ਗਰਦਨ ਘੁਮਾਵਾਂ ਉਹ ਸਭ ਕੁਛ ਮੈਨੂੰ ਦਿਖਦਾ ਸੀ। ਤੇ ਥੋੜੀ ਦੇਰ ਬਾਅਦ ਮੈਨੂੰ ਨਹੀਂ ਸੀ ਪਤਾ ਕਿ ਉਹ ਮੇਰੀ ਬੋਡੀ ਛੱਡ ਹੋ ਰਹੀ ਸੀ ਜਾਂ ਮੈਂ ਬੋਡੀ ਦੇ ਅੰਦਰੋਂ ਉਹ ਚੀਜ਼ ਦੇਖ ਰਹੀ ਸੀ, ਮੈਨੂੰ ਨਹੀਂ ਸੀ ਸਮਝ ਲੱਗ ਰਹੀ। ਉਸ ਤੋਂ ਬਾਅਦ ਮੇਰਾ ਇੱਕ ਧਿਆਨ ਸੀ ਕਿ ਮੈਨੂੰ ਅੰਮ੍ਰਿਤ ਛਕਣਾ ਆ। ਇਹ ਖਿਆਲ ਗੁਰੂ ਸਾਹਿਬ ਜੀ ਨੇ ਮਨ ਚ ਆਪੇ ਹੀ ਪਾ ਦਿੱਤਾ। ਮੈਂ ਇੱਕ ਵਾਰੀ 1 ਸਾਲ ਦੇ ਵਿੱਚ ਮੈਂ ਗੁਰਦੁਆਰੇ ਗਈ, ਮੈਂ ਪੁੱਛਿਆ, ਸਾਰੀ ਡਿਟੇਲ ਪੁੱਛੀ, ਮੈਂ ਆਪਣਾ ਨਾਮ ਵੀ ਲਿਖਾ ਆਈ, ਪਰ ਮੈਂ ਉਸ ਵਾਰੀ ਨਹੀਂ ਗਈ। ਫਿਰ ਦੁਬਾਰਾ ਥੋੜਾ ਲੋਕਡਾਊਨ ਖੁੱਲਿਆ ਤਾਂ ਮੈਂ 2020 ਦੇ ਵਿੱਚ ਮੈਂ ਦੁਬਾਰਾ 2 ਮਹੀਨੇ ਪਹਿਲਾਂ ਅਗਸਤ ਦੇ ਵਿੱਚ ਮੈਂ ਨਾਮ ਲਿਖਾ ਆਈ, ਪਰ ਮੇਰੇ ਅੰਦਰ ਡਾਵਾਂਡੋਲ ਫੇਰ ਹੋਵਾਂ ਕਿ ਤੈਨੂੰ ਕੀ ਲੋੜ ਪਈ ਅੰਮ੍ਰਿਤ ਛਕਣ ਦੀ, ਤੂੰ ਕਿੱਦਾਂ ਜੀਏਂਗੀ, ਤੂੰ ਬਾਹਰ ਆਫਿਸ ਜਾਣਾ, ਹਜੇ ਤਾਂ ਤੂੰ ਏਦਾਂ ਆ ਘੁੰਮਦੀ, ਪਰ ਜਦੋਂ ਤੂੰ ਆਫਿਸ ਜਾਏਂਗੀ ਤੂੰ ਤਾਂ ਵਾਲ ਕਟਾਏ ਬਗੈਰ ਰਹਿ ਨਹੀਂ ਸਕਦੀ, ਮੇਕਅਪ ਕਰਾਏ ਬਗੈਰ ਰਹਿ ਨਹੀਂ ਸਕੇਂਗੀ, ਕੀ ਕਰੇਂਗੀ, ਕਿਵੇਂ ਤੂੰ ਆਪਣਾ ਫਿਜ਼ੀਕਲੀ ਆਪਣਾ ਸਭ ਨੂੰ ਪੇਸ਼ ਕਰ ਪਾਏਂਗੀ। ਪਰ ਮੈਂ ਸੋਚ ਰਹੀ ਸੀ ਕਿਸੇ ਨੂੰ ਕਿਉਂ ਖੁਸ਼ ਕਰਨਾ, ਗੁਰੂ ਸਾਹਿਬ ਜੀ ਨੂੰ ਖੁਸ਼ ਕਰੋ, ਜੇ ਉਹ ਤੇਰੀਆਂ ਗੱਲਾਂ ਸੁਣਦੇ ਆ, ਸਮਝਦੇ ਆ ਤੈਨੂੰ, ਤਾਂ ਉਹ ਚੀਜ਼ ਵੀ ਮੇਰੇ ਅੰਦਰੋਂ ਹੌਲੀ ਹੌਲੀ ਨਿਕਲ ਗਈ। ਤੇ ਮੈਂ ਇੱਕ ਮੇਰੇ ਮਨ ਚ ਆਈ ਜਾ ਰਿਹਾ ਸੀ ਕਿ ਵੀ ਬਾਣੀ ਤਾਂ ਪੜ੍ਹਦੀ ਪਈ ਆ, ਕਕਾਰ ਕਿਉਂ ਧਾਰਨੇ ਹੈਗੇ ਆ, ਕਿਉਂ ਦਿਖਾਵਾ ਕਰਨਾ, ਤੂੰ ਸੰਭਾਲ ਪਾਏਂਗੀ। ਫਿਰ ਮੈਂ ਇੱਕ ਆਪਣੇ ਆਪ ਨੂੰ ਕੁਐਸਚਨ ਰੱਖਿਆ ਕਿ ਚੱਲ ਤੂੰ ਏਦਾਂ ਕਰ, ਰੋਜ਼ ਇੰਨੇ ਦਿਨ ਨਿਤਨੇਮ ਕਰ, ਜੇ ਤੂੰ ਨਿਭਾ ਪਾਈ ਤਾਂ ਫਿਰ ਤੂੰ ਅੰਮ੍ਰਿਤ ਛਕਣ ਚਲੀ ਜਾਏਂਗੀ। ਤੇ ਮੈਂ ਉਵੇਂ ਹੀ ਕਰਨ ਲੱਗ ਪਈ। ਮੈਂ ਆਪਣੇ ਆਪ ਨੂੰ ਉੱਠ ਕੇ ਸਵੇਰੇ ਉੱਠ ਕੇ 5 ਬਾਣੀਆਂ ਦਾ ਪਾਠ ਕਰਨਾ, ਨਹਾ ਧੋ ਕੇ ਆਪਣਾ ਸਭ ਕੁਛ ਕਿਰਿਆ ਕਰਨ ਲੱਗ ਪਈ। ਫਿਰ ਮੈਂ ਕਕਾਰ ਲੈਣ ਜਾਣਾ ਸੀ, ਜੋ ਮੈਂ ਅੰਦਰੋਂ ਡਾਵਾਡੋਲ ਹੋ ਰਹੀ ਸੀ, ਤਾਂ ਮੇਰਾ ਭਾਈ ਸਾਹਿਬ ਜੀ, ਮੈਨੂੰ ਨਹੀਂ ਸੀ ਪਤਾ ਮੇਰਾ ਲੈਫਟ ਸਾਈਡ ਸਾਰੀ ਦੀ ਸਾਰੀ ਅੜ ਗਈ, ਜਿਵੇਂ ਕਿਸੇ ਨੂੰ ਪੈਰਾਲਾਈਜ਼ ਦਾ ਅਟੈਕ ਹੋਣਾ ਹੁੰਦਾ ਆ। ਮੇਰਾ ਪੈਰ ਸਾਰਾ ਸੁੱਜ ਗਿਆ, ਮੇਰੀ ਬਾਂਹ ਸਾਰੀ ਮਤਲਬ ਕੰਮ ਕਰਨੋਂ ਹਟੀ ਜਾਵੇ, ਏਦਾਂ ਮੈਨੂੰ ਲੱਗੇ ਕਿ ਮੇਰੇ ਕੋਲ ਚੱਲਿਆ ਨਾ ਜਾਵੇ, ਜ਼ਮੀਨ ਤੇ ਪੈਰ ਨਾ ਰੱਖਿਆ ਜਾਵੇ। ਪਰ ਮੈਨੂੰ ਲੱਗੇ ਸ਼ਾਇਦ ਮੇਰਾ ਥਾਇਰਾਇਡ ਵਧਿਆ ਹੈ ਜਾਂ ਮੇਰਾ ਕੋਲੇਸਟ੍ਰੋਲ, ਯੂਰਿਕ ਐਸਿਡ ਹੈ, ਜਿਹੜਾ ਮੇਰਾ ਪੈਰ ਲੱਤ ਪੂਰੀ ਸੁੱਜੀ ਜਾਂਦੀ ਹੈ। ਤਾਂ 4 ਵਜੇ ਦਾ ਸਵੇਰ ਦਾ ਸਮਾਂ ਸੀ, ਜਿਸ ਦੇ ਵਿੱਚ ਮੈਨੂੰ ਅੰਦਰ ਮੇਰੇ ਖਿਆਲ ਫਿਰ ਉਹੀ ਚੱਲ ਰਹੇ ਸੀ, ਅੱਧ ਸੁੱਤੀ ਨੀਂਦ ਦੇ ਵਿੱਚ, ਕਿ ਵੀ ਮੈਂ ਜਾਵਾਂ ਕਿ ਨਾ ਜਾਵਾਂ, ਬਾਣੀ ਪੜ੍ਹਿਆ ਕਰਾਂ ਕਿ ਨਾ ਪੜ੍ਹਿਆ ਕਰਾਂ, ਮੈਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਫਿਰ ਆਪਣੇ ਆਪ ਨੂੰ ਖੁਦ ਹੀ ਸਮਝਾ ਰਹੀ ਸੀ ਕਿ ਤੂੰ ਬਾਣੀ ਪੜ੍ਹਿਆ ਕਰ, ਸਭ ਕੁਝ ਠੀਕ ਹੋ ਜਾਣਾ। ਪਤਾ ਨਹੀਂ ਮੈਂ ਕਿਹਦੇ ਨਾਲ ਗੱਲ ਕਰ ਰਹੀ ਸੀ, ਉਹ ਕੌਣ ਸੀ, ਉਹ ਮੈਂ ਖੁਦ ਆਪ ਸੀ ਜਾਂ ਗੁਰੂ ਸਾਹਿਬ ਸੀ, ਜਾਂ ਗੁਰੂ ਸਾਹਿਬ ਨਾਲ ਕਰ ਰਹੀ ਸੀ, ਕੀ ਸੀ ਮੈਨੂੰ ਨਹੀਂ ਸਮਝ ਲੱਗਿਆ, ਕਿਉਂਕਿ ਮੈਂ ਉਹ ਨੀਂਦ ਵਿੱਚ ਸੀਗੀ। ਮੈਂ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉੱਠ ਕੇ ਵਾਸ਼ਰੂਮ ਫ੍ਰੀ ਹੋ ਕੇ ਮੈਂ ਫਿਰ ਦੁਬਾਰਾ ਆ ਕੇ ਲੇਟ ਜਾਂਦੀ। 8 8:30 ਦਾ ਟਾਈਮ ਫਿਰ ਵੱਜਦਾ ਸਵੇਰ ਦਾ, ਮੇਰੇ ਕੋ ਫਿਰ ਨਹੀਂ ਉੱਠਿਆ ਜਾਂਦਾ। ਤਾਂ ਮੇਰੀ ਗੂੜੀ ਅੱਖ ਲੱਗੀ ਹੋਈ, ਪਰ ਮੇਰੇ ਸੱਜੇ ਪਾਸੇ ਕੰਨ ਦੇ ਵਿੱਚ ਇੱਕ ਜ਼ੋਰ ਦੀ ਆਵਾਜ਼ ਆਉਂਦੀ, ਕਿਸੇ ਮੇਲ ਪਰਸਨ ਦੀ, ਬਾਣੀ ਨਾਲ ਜੁੜ ਜਾ, ਕੁਛ ਨਹੀਂ ਹੋਣ ਦਿਆਂਗਾ। ਪਰ ਮੈਨੂੰ ਅੱਜ ਤੱਕ ਸਮਝ ਨਹੀਂ ਲੱਗੀ ਉਹ ਆਵਾਜ਼ ਚ ਕੌਣ ਸੀ। ਮੈਂ ਹੈਰਾਨ ਆ, ਮੈਨੂੰ ਨਹੀਂ ਸਮਝ ਲੱਗੀ, ਕਿਉਂਕਿ ਉਹ ਮੇਰੇ ਕੰਨ ਚ ਜਿਹੜੀ ਆਵਾਜ਼ ਆਈ ਸੀ ਉਹ ਗੂੰਜ ਰਹੀ ਸੀ। ਤੇ ਜਦੋਂ ਮੈਂ ਆਲੇ ਦੁਆਲੇ ਦੇਖਿਆ, ਘਰ ਚ ਤਾਂ ਕੋਈ ਹੈ ਨੀਗਾ, ਇਹ ਕੌਣ ਬੋਲੇ। ਪਰ ਮੈਂ ਉਦੋਂ ਬਹੁਤ ਡਰ ਗਈ, ਤਾਂ ਮੈਂ ਆਪਣੀ ਫਰੈਂਡ ਨੂੰ ਫੋਨ ਲਗਾਇਆ, ਅੱਜ ਮੇਰੇ ਨਾਲ ਏਦਾਂ ਏਦਾਂ ਹੋਇਆ, ਮੇਰਾ ਪੈਰ ਵੀ ਸੁੱਜ ਰਿਹਾ, ਪਰ ਤੂੰ ਇੱਕ ਕੰਮ ਕਰ, ਚੱਲ ਮੈਂ ਅੰਮ੍ਰਿਤ ਛਕਣ ਜਾਣਾ ਤਾਂ ਹੈ, ਮੈਨੂੰ ਕਕਾਰ ਲੈਣ ਜਾਣਾ, ਮੇਰੇ ਨਾਲ ਚੱਲ। ਭਾਈ ਸਾਹਿਬ ਜੀ, ਮੈਂ ਅਗਲੇ ਦਿਨ ਜਾ ਕੇ ਮੈਂ ਕਕਾਰ ਲੈ ਕੇ ਆਈ। ਮੈਂ ਮਨ ਬਣਾਇਆ ਹੌਲੀ ਹੌਲੀ ਕਿ ਵੀ ਮੈਂ ਪੇਰੈਂਟਸ ਨਾਲ ਗੱਲ ਕੀਤੀ, ਮੈਂ ਏਦਾਂ ਅੰਮ੍ਰਿਤ ਛਕਣਾ। ਮੇਰੇ ਹਸਬੈਂਡ ਪਤਿਤ ਨੇ, ਤੇ ਮੈਨੂੰ ਕਹਿ ਰਹੇ ਸੀ ਜੇ ਤੂੰ ਅੰਮ੍ਰਿਤ ਛਕ ਲਏਂਗੀ, ਪ੍ਰੋਬਲਮਸ ਆਲਰੇਡੀ ਚੱਲਦੀਆਂ, ਤੂੰ ਹੋਰ ਗੈਪ ਪਾ ਲਏਂਗੀ, ਘਰ ਚ ਸਭ ਕੁਝ ਹਿਲਜੁਲ ਹੋ ਜਾਏਗਾ, ਤੂੰ ਇਹ ਕੰਮ ਨਾ ਕਰ, ਤੇਰੀ ਮੈਰਿਡ ਲਾਈਫ ਡਿਸਟਰਬ ਹੋ ਜਾਏਗੀ। ਮੈਂ ਕਿਹਾ ਨਹੀਂ, ਏਦਾਂ ਨਹੀਂ ਹੁੰਦਾ। ਮੈਂ ਕਿਹਾ ਜੇ ਹੋਣਾ ਹੋਏਗਾ ਤਾਂ ਠੀਕ ਹੈ, ਨਹੀਂ ਹੋਣਾ ਹੋਏ ਤਾਂ ਵੀ ਠੀਕ, ਕੋਈ ਦਿੱਕਤ ਨਹੀਂ, ਪਰ ਮੇਰਾ ਮਨ ਹੋ ਰਿਹਾ ਆ, ਪਤਾ ਨਹੀਂ ਕਿਉਂ ਮੈਨੂੰ ਗੁਰਬਾਣੀ ਤੋਂ ਮੈਨੂੰ ਚੈਨ ਮਿਲਦਾ ਪਿਆ ਆ। ਤੇ
ਮੇਰੇ ਘਰਦਿਆਂ ਨੇ ਬਹੁਤ ਰੋਕਿਆ। ਜੋ ਮੈਨੂੰ ਮੈਂ ਜਿੰਨਾ ਡਿਸਕਸ ਕਰਦੀ ਸੀ ਮੈਂ ਅੰਮ੍ਰਿਤ ਛਕਣਾ ਆ, ਮੈਂ ਉਹਨਾਂ ਦੇ ਨਾਲ ਆਪਣੇ ਆਪ ਨੂੰ 1 ਵੀਕ ਤੋਂ ਸਭ ਨਾਲੋਂ ਕੱਟ ਲਿਆ। ਪਰ ਜਿਹੜੇ ਮੈਨੂੰ ਪ੍ਰਮੋਟ ਕਰਦੇ ਸੀ ਕਿ ਹਾਂ ਤੈਨੂੰ ਛਕਣਾ ਚਾਹੀਦਾ, ਮੈਂ ਉਹਨਾਂ ਨਾਲ ਆਪਣੀਆਂ ਨਜ਼ਦੀਕੀਆਂ ਵਧਾ ਲਈਆਂ ਕਿ ਵੀ ਹਾਂ ਮੈਂ ਛਕਣ ਜਾਣਾ ਆ। ਮੈਂ ਕਦੀ WhatsApp ਦੇ ਉੱਤੇ ਮੈਸੇਜ ਪਾ ਦੇਣਾ ਕਿ ਅੱਜ ਮੈਂ ਜਾਣਾ ਆ ਤਾਂ ਅੱਜ ਗੁਰੂ ਸਾਹਿਬ ਜੀ ਤੁਸੀਂ ਮੈਨੂੰ ਬਚਾ ਲਿਓ, ਮੈਂ ਡੋਲਾਂ ਨਾ। ਤੇ ਮੈਨੂੰ ਉਸ ਸੰਗਤ ਨੇ, ਉਸ ਫੈਮਿਲੀ ਮੈਂਬਰਸ ਜੋ ਅੰਮ੍ਰਿਤਧਾਰੀ ਸੀ ਉਹਨਾਂ ਨੇ ਮੈਨੂੰ ਪ੍ਰਮੋਟ ਕਰਨਾ, ਪਰ ਮੈਂ ਜਿਹੜੇ ਮੈਨੂੰ ਰੋਕਦੇ ਸੀ ਮੈਂ ਸਭ ਨੂੰ ਬਲੌਕ ਫੋਨ ਤੋਂ ਮਾਰ ਦਿੱਤਾ। ਮੈਂ ਉਹਨਾਂ ਨਾਲ 1 ਵੀਕ ਇੰਟਰੈਕਟ ਨਹੀਂ ਕੀਤਾ। ਇਵਨ ਮੇਰੇ ਮੰਮੀ ਪਾਪਾ ਭੈਣ ਭਾਈ ਸਭਨਾਂ ਨੂੰ ਇਹ ਛੱਡਤਾ ਕਿ ਵੀ ਮੈਨੂੰ ਇਹ ਰੋਕ ਰਹੇ ਆ, ਮੈਂ ਅੱਗੇ ਨਹੀਂ ਵੱਧ ਪਾਣਾ। ਨਹੀਂ ਤਾਂ ਮੈਂ ਜਿਸ ਦਿਨ ਅੰਮ੍ਰਿਤ ਛਕਣਾ ਸੀ ਸਵੇਰੇ ਦੱਸ ਦਿੱਤਾ ਅੱਜ ਮੈਂ ਆ ਗਈ ਹਾਂ ਤੇ ਤੁਸੀਂ ਫਿਕਰ ਨਾ ਕਰਿਓ, ਮੈਂ ਅੰਮ੍ਰਿਤ ਛਕ ਕੇ ਘਰ ਵਾਪਸ ਆਊਂਗੀ। ਪਰ ਮੇਰੇ ਘਰ ਦੇ ਥੋੜੇ ਜਿਹੇ ਹਿੱਲ ਗਏ ਕਿ ਵੀ ਇਹਨੇ ਕੀ ਕਰ ਲਿੱਤਾ ਕਿ ਵੀ ਅੰਮ੍ਰਿਤ ਛਕਣਾ ਕੋਈ ਬੁਰੀ ਗੱਲ ਨਹੀਂ, ਪਰ ਇਹ ਸੀ ਕਿ ਵੀ ਇਹਦੇ ਹਸਬੈਂਡ ਦੇ ਵਿੱਚ ਇਹਦੀ ਪ੍ਰੋਬਲਮ ਨਾ ਵੱਧ ਜਾਏ। ਤੇ ਮੈਂ ਅੰਮ੍ਰਿਤ ਛਕ ਕੇ ਜਦੋਂ ਘਰ ਆ ਗਈ, ਭਾਈ ਸਾਹਿਬ ਜੀ ਜੋ ਮੇਰਾ 1 ਹਫ਼ਤੇ ਦਾ ਦਰਦ ਸੀ, ਜੋ ਮੇਰੇ ਤੋਂ ਤੁਰਿਆ ਨਹੀਂ ਸੀ ਜਾਂਦਾ, ਮੈਨੂੰ ਨਹੀਂ ਪਤਾ ਉਸ ਦਿਨ ਉਹ ਦਰਦ ਕਿੱਥੇ ਗਿਆ। ਜਿਹੜਾ ਮੇਰਾ ਪੈਰ ਬਹੁਤ ਸੋਜ ਪੈ ਗਈ ਸੀਗੀ, ਤੁਰ ਨਹੀਂ ਸੀ ਪਾਉਂਦੀ, ਮੈਨੂੰ ਨਹੀਂ ਪਤਾ ਉਸ ਦਿਨ ਅੰਮ੍ਰਿਤ ਛਕਣ ਤੋਂ ਬਾਅਦ ਕੀ ਹੋਇਆ। ਉਹ ਸਭ ਕੁਛ ਨੋਰਮਲ ਹੋ ਗਿਆ। ਪਰ ਮੈਂ ਜਦੋਂ ਗੁਰੂ ਸਾਹਿਬ ਜੀ ਮੈਨੂੰ ਦਾਤ ਦੇ ਰਹੇ ਸੀ, ਪਰ ਮੈਂ ਇੱਕ ਸੀ ਕਿ ਵੀ ਮੈਂ ਤਾਂ ਕੱਲੀ ਆਈ ਹਾਂ, ਮੈਨੂੰ ਦਾਤ ਦਿੰਦੇ ਕਿ ਨਹੀਂ ਦਿੰਦੇ, ਕਿਉਂਕਿ ਹਸਬੈਂਡ ਵਾਈਫ ਵਗੈਰਾ ਇਕੱਠਿਆਂ ਨੂੰ ਦਿੰਦੇ, ਓਦਾਂ ਅਲੱਗ-ਅਲੱਗ ਨਹੀਂ ਦਿੰਦੇ। ਤਾਂ ਮੈਂ ਪਹਿਲਾਂ ਘਰੋਂ ਪਾਠ ਕਰਕੇ ਗਈ, ਤਾਂ ਮੈਂ ਗੁਰਦੁਆਰਾ ਸਾਹਿਬ ਜਾ ਕੇ ਫੇਰ ਜਪਜੀ ਸਾਹਿਬ ਦੇ ਪਾਠ ਕਰਨ ਲੱਗ ਪਈ। ਗੁਰੂ ਸਾਹਿਬ ਜੀ ਅੱਜ ਖਾਲੀ ਨਾ ਤੋਰਿਓ, ਕਿਉਂਕਿ ਮੈਂ ਤੁਹਾਡੇ ਦਰ ਤੱਕ ਬਹੁਤ ਔਖੀ ਹੋ ਕੇ ਆਈ ਹਾਂ, ਹਿੰਮਤ ਕਰਕੇ ਆਈ ਹਾਂ, ਮੇਰੀ ਹਿੰਮਤ ਨਾ ਤੋੜਿਓ। ਜੇ ਮੈਂ ਆਈ ਹਾਂ ਤਾਂ ਕਲਾ ਵਿੱਚ ਲੈ ਲਿਓ, ਅੱਜ ਕੱਲੀ ਨਾ ਛੱਡਿਓ, ਕਿਉਂਕਿ ਇਹ 38 ਸਾਲ ਮੈਂ ਪਿਛਲੇ ਖਰਾਬ ਕਰ ਲਏ ਆ। ਜੇ ਮੈਂ ਬਾਣੀ ਦੇ ਕੁਛ ਮੈਨੂੰ ਪੰਗਤੀਆਂ ਸਮਝ ਆਈਆਂ, ਜ਼ਿੰਦਗੀ ਕਿੱਦਾਂ ਵਿਚਾਰਨੀ ਆ, ਕਿਵੇਂ ਜੀਣੀ ਆ, ਕਿਵੇਂ ਤੁਹਾਡੇ ਨਾਲ ਜੋੜਨਾ ਆ, ਉਹ ਅੱਜ ਤੁਸੀਂ ਮੈਨੂੰ ਖਾਲੀ ਨਾ ਭੇਜਿਓ। ਭਾਈ ਸਾਹਿਬ ਜੀ ਨੇ ਮੈਨੂੰ ਹੁਕਮ ਲਾਇਆ ਕਿ ਵੀ ਜਦੋਂ ਉਹਨਾਂ ਦਾ ਮਨ ਬਣੇ ਤਾਂ ਆ ਜਾਈਓ, ਪਰ ਉਹਨਾਂ ਨੇ ਮੈਨੂੰ ਦਾਤ ਦੇ ਦਿੱਤੀ। ਪਰ ਇੱਕ ਚੀਜ਼ ਸੀ ਕਿ ਮੈਂ ਉਸ ਦਿਨ ਮੈਨੂੰ ਨਹੀਂ ਸਮਝ ਲੱਗਿਆ, ਜਦੋਂ ਮੈਂ ਘਰ ਆਈ ਆਪਣੀ ਸਾਰੀ ਐਕਟੀਵਿਟੀ ਆਪਣੀ ਦੁਬਾਰਾ ਫੀਲ ਕੀਤੀ ਕਿ ਵੀ ਮੇਰੇ ਨਾਲ ਕੀ ਹੋਇਆ ਅੱਜ ਸਾਰਾ ਦਿਨ। ਤੇ ਜਦੋਂ ਮੈਨੂੰ ਇੱਕ ਚੀਜ਼ ਖਿਆਲ ਆਈ ਕਿ ਵੀ ਮੈਂ ਉਹ 1 ਸੈਕਿੰਡ ਦੀ ਝਲਕ ਸੀਗੀ, ਜਦੋਂ ਆਖਰੀ ਚੂਲਾ ਮੇਰੇ ਸਿਰ ਤੇ ਗੁਰੂ ਸਾਹਿਬ ਜੀ ਨੇ ਜੋ 5 ਪਿਆਰਿਆਂ ਚੋਂ ਵਜਰ ਆਸਨ 'ਚ ਬੈਠ ਕੇ ਜੋ ਮੇਰੇ ਸਿਰ ਤੇ ਪਾਇਆ, ਮੇਰੀਆਂ ਅੱਖਾਂ ਤੇ ਪਾਇਆ, ਉਸ ਵਕਤ ਉਹ ਜੋ ਭਾਈ ਸਾਹਿਬ ਜੀ ਸੀਗੇ, ਜੋ ਸਿੰਘ ਸਾਹਿਬ ਜੀ ਸੀ, ਜੋ 5 ਪਿਆਰਿਆਂ ਚੋਂ, ਉਹਨਾਂ ਦੀ ਫੋਰਮ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ 'ਚ ਕਨਵਰਟ ਹੋ ਗਈ। ਮੈਂ ਹੈਰਾਨ, ਉਹ ਜੋ ਝਲਕ ਸੀਗੀ ਬਹੁਤ ਸੁਨਹਿਰੀ ਸੀ। ਗੁਰੂ ਸਾਹਿਬ ਜੀ ਦੇ ਜੋ ਵਸਤਰ ਸੀ ਬਹੁਤ ਮਹਿੰਗੇ, ਉੱਚੇ ਸੁੱਚੇ, ਲਿਸ਼ਕਾਂ ਮਾਰਦੇ ਸੁਨਹਿਰੀ ਲਾਈਟਾਂ 'ਚ ਸੀ। ਉਹ ਖੁਦ ਬੜੇ ਆਕਾਰ ਦੇ ਸੀ, ਬਹੁਤ ਬੜਾ ਉਹਨਾਂ ਦਾ ਬੋਡੀ ਦਾ ਸਾਈਜ਼ ਸੀ। ਮੈਂ ਉਹਨਾਂ ਦੇ ਚੈਸਟ ਤੱਕ, ਉਹਨਾਂ ਦੇ ਗੋਡਿਆਂ ਤੱਕ ਮੇਰੀ ਨਜ਼ਰ ਪਈ, ਮੋਢਿਆਂ ਤੱਕ ਪਈ, ਪਰ ਮੈਂ ਚਿਹਰਾ ਨਹੀਂ ਸੀ ਦੇਖ ਪਾਈ ਉਹਨਾਂ ਦੀ। ਪਰ ਉਹਨਾਂ ਨੇ ਜਦੋਂ ਆਖਰੀ ਚੂਲਾ ਦਿੱਤਾ, ਮੇਰੇ ਸਿਰ ਤੇ ਹੱਥ ਰੱਖਿਆ। ਉਹ ਜਦੋਂ ਹੱਥ ਰੱਖਿਆ ਉਸ ਟਾਈਮ ਤਾਂ ਮੈਂ ਫੀਲ ਕੀਤਾ, ਪਰ ਮੈਨੂੰ ਉਸ ਟਾਈਮ ਵੀ ਨਹੀਂ ਸਮਝ ਆਈ ਇਹ ਕੀ ਹੋਇਆ। ਜਦੋਂ ਮੈਂ ਘਰ ਆਈ ਮੈਨੂੰ ਉਹ ਸਮਝ ਆਈ ਕਿ ਗੁਰੂ ਸਾਹਿਬ ਜੀ 5 ਪਿਆਰਿਆਂ 'ਚ ਖੁਦ ਹਾਜ਼ਰ ਨਾਜ਼ਰ ਸੀ ਉਸ ਦਿਨ। ਬੜੀ ਰੋਈ ਉਸ ਦਿਨ, ਬੜੀ ਰੋਈ ਮੈਂ। 2 ਦਿਨ ਭਾਈ ਸਾਹਿਬ ਜੀ ਨਹਾਈ ਨਹੀਂ, ਜਸਟ ਕਿਉਂਕਿ ਉਹ ਮੇਰੇ ਸਿਰ ਦੇ ਉੱਤੇ, ਮੇਰੇ ਫੇਸ ਦੇ ਉੱਤੇ ਅੰਮ੍ਰਿਤ ਦੇ ਛਿੱਟੇ ਸੀਗੇ। ਮੈਂ ਉਸ ਨੂੰ ਬੜੇ ਗੌਰ ਦੇ ਨਾਲ ਉਹਨਾਂ ਨੂੰ ਮਹਿਸੂਸ ਕਰਦੀ ਗਈ। ਨਹੀਂ ਤਾਂ ਨਿਤਨੇਮ ਤੋਂ ਪਹਿਲਾਂ ਕਹਿੰਦੇ ਕਿ ਵੀ ਰੋਜ਼ ਨਹਾਉਣਾ, ਪਰ ਮੈਂ ਅੰਮ੍ਰਿਤ ਛਕਣ ਤੋਂ ਬਾਅਦ 2 ਦਿਨ ਆਪਣਾ ਸਿਰ ਨਹੀਂ ਧੋਇਆ, ਮੈਂ ਆਪਣਾ ਫੇਸ ਨਹੀਂ ਧੋਇਆ। ਮੈਂ
ਪਾਣੀ ਦਾ ਛਿੱਟਾ ਵੀ ਨਹੀਂ ਸੀ ਪੈਣ ਦਿੰਦੀ ਕਿ ਨਹੀਂ ਗੁਰੂ ਸਾਹਿਬ ਜੀ ਨੇ ਹੱਥ ਰੱਖਿਆ ਮੇਰੇ ਤੇ, ਮੈਨੂੰ ਬਹੁਤ ਦਾਤ ਉੱਚੀ ਦਿੱਤੀ। ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹ ਕੀ ਐਕਸਪੀਰੀਅੰਸ ਸੀ। ਇਸ ਐਕਸਪੀਰੀਅੰਸ ਤੋਂ ਮੈਨੂੰ ਜਦੋਂ ਵੀ ਮੈਨੂੰ ਕਿਤੇ ਪੰਜ ਪਿਆਰੇ ਦਿਖਦੇ ਆ ਨਾ, ਮੈਨੂੰ ਇਹ ਲੱਗਦਾ ਕਿ ਗੁਰੂ ਸਾਹਿਬ ਜੀ ਉੱਥੇ ਹਾਜ਼ਰ ਨਾਜ਼ਰ ਹੁੰਦੇ ਆ। ਮੇਰੀ ਇੱਕ ਸੰਗਤ ਨੂੰ ਇੱਕ ਰਿਕੁਐਸਟ ਹੈ, ਜਿੱਥੇ ਕਿਤੇ ਵੀ ਜਦੋਂ ਪੰਜ ਪਿਆਰੇ ਮਿਲਣ ਉਹਨਾਂ ਨੂੰ ਬਹੁਤ ਅਦਬ ਦਿਓ। ਜਿੱਥੇ ਵੀ ਪੰਜ ਪਿਆਰੇ, ਚਾਹੇ ਉਹ ਕੋਈ ਅੰਮ੍ਰਿਤ ਦੀ ਛਕਾਣ ਦੀ ਕੋਈ ਡਿਊਟੀ ਦੇ ਰਹੇ ਜਾਂ ਨਹੀਂ ਦੇ ਰਹੇ, ਉਹਨਾਂ ਨੂੰ ਨਾਰਮਲ ਪਰਸਨ ਨਾ ਸਮਝਿਓ। ਉਹ ਉਸ ਟਾਈਮ ਜਿਸ ਵੀ ਡਿਊਟੀ 'ਚ ਜੋ ਵੀ ਉਹ ਸੇਵਾ ਕਰ ਰਹੇ, ਉਸ ਟਾਈਮ ਗੁਰੂ ਸਾਹਿਬ ਜੀ ਖੁਦ ਉੱਥੇ ਹਾਜ਼ਰ ਹੁੰਦੇ। ਠੀਕ ਆ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵੇਖ ਰਹੇ ਹੋ ਰੱਬ ਦਾ ਕੈਮਰਾ ਚੈਨਲ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਪ੍ਰੈਸ ਕਰੋ ਬੈਲ ਆਈਕਨ ਬਟਨ ਨੂੰ, ਤਾਂ ਜੋ ਨਵੀਂ ਨੋਟੀਫਿਕੇਸ਼ਨ ਆਪ ਜੀ ਨੂੰ ਮਿਲਦੀ ਰਹੇ। ਵੀਡੀਓ ਦੇ ਪ੍ਰਤੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਸੇਵਾਦਾਰਾਂ ਨਾਲ ਸੰਪਰਕ ਕਰੋ। ਸਾਡੇ ਨੰਬਰ ਫਲੈਸ਼ ਹੋ ਰਹੇ ਹਨ ਸਕਰੀਨ ਦੇ ਉੱਤੇ, ਅਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਸਾਡੇ ਨੰਬਰ ਦਿੱਤੇ ਹੋਏ ਹਨ। ਕਿਰਪਾ ਕਰਕੇ ਕੰਟੈਕਟ ਕਰੋ ਅਤੇ ਆਪਣਾ ਸੁਝਾਅ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।